ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਅੱਜ 26 ਜਨਵਰੀ ਹੈ। ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। 2020 ਦਾ ਇਹ ਪਹਿਲਾ ਮਨ ਕੀ ਬਾਤ ਦਾ ਮੇਲ ਹੈ। ਇਸ ਵਰ੍ਹੇ ਦਾ ਇਹ ਪਹਿਲਾ ਪ੍ਰੋਗਰਾਮ ਹੈ। ਇਸ ਦਹਾਕੇ ਦਾ ਵੀ ਇਹ ਪਹਿਲਾ ਪ੍ਰੋਗਰਾਮ ਹੈ। ਸਾਥੀਓ, ਇਸ ਵਾਰ ਗਣਤੰਤਰ ਦਿਵਸ ਸਮਾਰੋਹ ਦੀ ਵਜ੍ਹਾ ਕਰਕੇ ਤੁਹਾਡੇ ਨਾਲ ਮਨ ਕੀ ਬਾਤ ਦੇ ਸਮੇਂ ਵਿੱਚ ਤਬਦੀਲੀ ਕਰਨਾ ਠੀਕ ਲੱਗਾ ਅਤੇ ਇਸ ਲਈ ਇੱਕ ਵੱਖਰਾ ਸਮਾਂ ਤੈਅ ਕਰਕੇ ਅੱਜ ਤੁਹਾਡੇ ਨਾਲ ਮਨ ਕੀ ਬਾਤ ਕਰ ਰਿਹਾ। ਸਾਥੀਓ, ਦਿਨ ਬਦਲਦੇ ਨੇ, ਹਫ਼ਤੇ ਬਦਲ ਜਾਂਦੇ ਨੇ, ਮਹੀਨੇ ਵੀ ਬਦਲਦੇ ਨੇ, ਸਾਲ ਬਦਲ ਜਾਂਦੇ ਨੇ, ਪਰ ਭਾਰਤ ਦੇ ਲੋਕਾਂ ਦਾ ਉਤਸ਼ਾਹ ਅਤੇ ਅਸੀਂ ਵੀ ਕੁਝ ਘੱਟ ਨਹੀਂ, ਅਸੀਂ ਵੀ ਕੁਝ ਕਰਕੇ ਰਹਾਂਗੇ। ਕੈਨ ਡੂ, ਇਹ ਕੈਨ ਡੂ ਦੀ ਭਾਵਨਾ ਸੰਕਲਪ ਬਣ ਕੇ ਉੱਭਰ ਰਹੀ ਹੈ। ਦੇਸ਼ ਤੇ ਸਮਾਜ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਹਰ ਦਿਨ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੁੰਦੀ ਜਾ ਰਹੀ ਹੈ। ਸਾਥੀਓ, ਮਨ ਕੀ ਬਾਤ ਦੇ ਇਸ ਮੰਚ ਉੱਪਰ ਅਸੀਂ ਸਾਰੇ ਇੱਕ ਵਾਰ ਫਿਰ ਇਕੱਠੇ ਹੋਏ ਹਾਂ, ਨਵੇਂ-ਨਵੇਂ ਵਿਸ਼ਿਆਂ ਉੱਪਰ ਚਰਚਾ ਕਰਨ ਲਈ ਅਤੇ ਦੇਸ਼ਵਾਸੀਆਂ ਦੀਆਂ ਨਵੀਆਂ-ਨਵੀਆਂ ਪ੍ਰਾਪਤੀਆਂ ਨੂੰ ਸੈਲੀਬ੍ਰੇਟ ਕਰਨ ਵਾਸਤੇ, ਭਾਰਤ ਨੂੰ ਸੈਲੀਬ੍ਰੇਟ ਕਰਨ ਵਾਸਤੇ। ਮਨ ਕੀ ਬਾਤ ਸ਼ੇਅਰਿੰਗ, ਲਰਨਿੰਗ ਅਤੇ ਗਰੋਇੰਗ ਟੂਗੈਦਰ ਦਾ ਇੱਕ ਵਧੀਆ ਅਤੇ ਸਹਿਜ ਪਲੈਟਫਾਰਮ ਬਣ ਗਿਆ ਹੈ। ਹਰ ਮਹੀਨੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਆਪਣੇ ਸੁਝਾਅ, ਆਪਣੀਆਂ ਕੋਸ਼ਿਸ਼ਾਂ, ਆਪਣੇ ਤਜਰਬੇ ਸ਼ੇਅਰ ਕਰਦੇ ਨੇ। ਉਨ੍ਹਾਂ ਵਿੱਚੋਂ ਸਮਾਜ ਨੂੰ ਪ੍ਰੇਰਣਾ ਮਿਲੇ, ਅਜਿਹੀਆਂ ਕੁਝ ਗੱਲਾਂ, ਲੋਕਾਂ ਦੀਆਂ ਨਿਵੇਕਲੀਆਂ ਕੋਸ਼ਿਸ਼ਾਂ ਉੱਪਰ ਸਾਨੂੰ ਚਰਚਾ ਕਰਨ ਦਾ ਮੌਕਾ ਮਿਲਦਾ ਹੈ। ਕਿਸੇ ਨੇ ਕਰਕੇ ਵਿਖਾਇਆ ਹੈ ਤਾਂ ਕੀ ਅਸੀਂ ਵੀ ਕਰ ਸਕਦੇ ਹਾਂ? ਕੀ ਉਸ ਪ੍ਰਯੋਗ ਨੂੰ ਦੁਹਰਾ ਕੇ ਇੱਕ ਵੱਡੀ ਤਬਦੀਲੀ ਲਿਆ ਸਕਦੇ ਹਾਂ? ਕੀ ਉਸ ਨੂੰ ਸਮਾਜ ਦੀ ਇੱਕ ਸਹਿਜ ਆਦਤ ਦੇ ਰੂਪ ਵਿੱਚ ਵਿਕਸਿਤ ਕਰਕੇ ਉਸ ਤਬਦੀਲੀ ਨੂੰ ਸਥਾਈ ਬਣਾ ਸਕਦੇ ਹਾਂ? ਇੱਦਾਂ ਦੇ ਹੀ ਕੁਝ ਸਵਾਲਾਂ ਦੇ ਜਵਾਬ ਲੱਭਦਿਆਂ ਹਰ ਮਹੀਨੇ ਮਨ ਕੀ ਬਾਤ ਵਿੱਚ ਕੁਝ ਅਪੀਲ, ਕੁਝ ਗੁਜ਼ਾਰਿਸ਼, ਕੁਝ ਕਰ ਵਿਖਾਉਣ ਦੇ ਸੰਕਲਪਾਂ ਦਾ ਸਿਲਸਿਲਾ ਚੱਲ ਪੈਂਦਾ ਹੈ। ਪਿਛਲੇ ਕਈ ਸਾਲਾਂ 'ਚ ਅਸੀਂ ਨਿੱਕੇ-ਨਿੱਕੇ ਸੰਕਲਪ ਲਏ ਹੋਣਗੇ, ਜਿਵੇਂ ਨੋ ਟੂ ਸਿੰਗਲ ਯੂਜ਼ ਪਲਾਸਟਿਕ, ਖਾਦੀ ਅਤੇ ਲੋਕਲ ਖਰੀਦਣ ਦੀ ਗੱਲ ਹੋਵੇ, ਸਵੱਛਤਾ ਦੀ ਗੱਲ ਹੋਵੇ, ਧੀਆਂ ਦੇ ਆਦਰ ਤੇ ਮਾਣ ਦੀ ਚਰਚਾ ਹੋਵੇ, ਲੈਸ ਕੈਸ਼ ਇਕੋਨੋਮੀ ਦਾ ਇਹ ਨਵਾਂ ਪਹਿਲੂ, ਇਸ 'ਤੇ ਜ਼ੋਰ ਦੇਣਾ ਹੋਵੇ। ਅਜਿਹੇ ਬਹੁਤ ਸਾਰੇ ਸੰਕਲਪਾਂ ਦਾ ਜਨਮ ਸਾਡੀਆਂ ਇਨ੍ਹਾਂ ਹਲਕੀਆਂ-ਫੁਲਕੀਆਂ ਮਨ ਦੀਆਂ ਗੱਲਾਂ ਵਿੱਚ ਹੋਇਆ ਅਤੇ ਇਨ੍ਹਾਂ ਨੂੰ ਤਾਕਤ ਵੀ ਤੁਸੀਂ ਲੋਕਾਂ ਹੀ ਦਿੱਤੀ ਹੈ। ਮੈਨੂੰ ਇੱਕ ਬੜਾ ਹੀ ਪਿਆਰਾ ਪੱਤਰ ਮਿਲਿਆ ਬਿਹਾਰ ਦੇ ਸ਼੍ਰੀਮਾਨ ਸ਼ੈਲੇਸ਼ ਦਾ। ਵੈਸੇ ਤਾਂ ਹੁਣ ਉਹ ਬਿਹਾਰ ਵਿੱਚ ਨਹੀਂ ਰਹਿੰਦੇ। ਉਨ੍ਹਾਂ ਦੱਸਿਆ ਕਿ ਉਹ ਦਿੱਲੀ 'ਚ ਰਹਿ ਕੇ ਕਿਸੇ NGO 'ਚ ਕੰਮ ਕਰਦੇ ਨੇ। ਸ਼੍ਰੀਮਾਨ ਸ਼ੈਲੇਸ਼ ਲਿਖਦੇ ਨੇ, ਮੋਦੀ ਜੀ, ਤੁਸੀਂ ਹਰ ਮਨ ਕੀ ਬਾਤ ਵਿੱਚ ਕੋਈ ਨਾ ਕੋਈ ਅਪੀਲ ਕਰਦੇ ਹੋ। ਮੈਂ ਉਨ੍ਹਾਂ ਵਿੱਚੋਂ ਕਈ ਚੀਜ਼ਾਂ ਨੂੰ ਲਿਆ ਹੈ। ਇਨ੍ਹਾਂ ਸਰਦੀਆਂ ਵਿੱਚ ਮੈਂ ਲੋਕਾਂ ਦੇ ਘਰਾਂ ਵਿੱਚੋਂ ਕੱਪੜੇ ਇਕੱਠੇ ਕਰਕੇ ਲੋੜਵੰਦਾਂ ਨੂੰ ਵੰਡੇ ਨੇ। ਮੈਂ ਮਨ ਕੀ ਬਾਤ ਸੁਣ ਕੇ ਕਈ ਚੀਜ਼ਾਂ ਨੂੰ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਫਿਰ ਹੌਲੀ-ਹੌਲੀ ਮੈਂ ਕੁਝ ਭੁੱਲ ਗਿਆ ਅਤੇ ਕੁਝ ਚੀਜ਼ਾਂ ਛੁੱਟ ਗਈਆਂ। ਮੈਂ ਇਸ ਨਵੇਂ ਵਰ੍ਹੇ 'ਤੇ ਮਨ ਕੀ ਬਾਤ ਉੱਪਰ ਇੱਕ ਚਾਰਟਰ ਬਣਾਇਆ ਜਿਸ ਵਿੱਚ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਇੱਕ ਲਿਸਟ ਬਣਾਈ ਹੈ। ਜਿਵੇਂ ਲੋਕ ਨਵੇਂ ਵਰ੍ਹੇ ਉੱਪਰ ਨਿਊ ਈਅਰ ਰੈਜ਼ੋਲਿਊਸ਼ਨਜ਼ ਬਣਾਉਂਦੇ ਨੇ, ਮੋਦੀ ਜੀ, ਇਹ ਮੇਰੇ ਨਵੇਂ ਵਰ੍ਹੇ ਦਾ ਸੋਸ਼ਲ ਰੈਜ਼ੋਲਿਊਸ਼ਨ ਹੈ। ਮੈਨੂੰ ਲੱਗਦਾ ਹੈ ਕਿ ਇਹ ਸਭ ਛੋਟੀਆਂ-ਛੋਟੀਆਂ ਚੀਜ਼ਾਂ ਨੇ, ਪਰ ਵੱਡੀ ਤਬਦੀਲੀ ਲਿਆ ਸਕਦੀਆਂ ਨੇ। ਕੀ ਤੁਸੀਂ ਇਸ ਚਾਰਟਰ ਉੱਪਰ ਆਪਣੇ ਆਟੋਗ੍ਰਾਫ ਦੇ ਕੇ ਮੈਨੂੰ ਵਾਪਸ ਭੇਜ ਸਕਦੇ ਹੋ? ਸ਼ੈਲੇਸ਼ ਜੀ, ਤੁਹਾਡਾ ਬਹੁਤ-ਬਹੁਤ ਅਭਿਨੰਦਨ ਅਤੇ ਸ਼ੁਭਕਾਮਨਾਵਾਂ ਤੁਹਾਡੇ ਨਵੇਂ ਸਾਲ ਦੇ ਰੈਜ਼ੋਲਿਊਸ਼ਨ ਲਈ। ਮਨ ਕੀ ਬਾਤ ਚਾਰਟਰ ਇਹ ਬਹੁਤ ਹੀ ਇਨੋਵੇਟਿਵ ਹੈ। ਮੈਂ ਆਪਣੇ ਵੱਲੋਂ ਸ਼ੁਭਕਾਮਨਾਵਾਂ ਲਿਖ ਕੇ ਇਸ ਨੂੰ ਜ਼ਰੂਰ ਤੁਹਾਨੂੰ ਵਾਪਸ ਭੇਜਾਂਗਾ। ਸਾਥੀਓ, ਇਸ ਮਨ ਕੀ ਬਾਤ ਚਾਰਟਰ ਨੂੰ ਜਦ ਮੈਂ ਪੜ੍ਹ ਰਿਹਾ ਸੀ ਤਾਂ ਉਦੋਂ ਮੈਨੂੰ ਵੀ ਹੈਰਾਨੀ ਹੋਈ ਕਿ ਇੰਨੀਆਂ ਸਾਰੀਆਂ ਗੱਲਾਂ ਨੇ, ਇੰਨੇ ਸਾਰੇ ਹੈਸ਼ਟੈਗ ਨੇ ਅਤੇ ਅਸੀਂ ਸਾਰੇ ਮਿਲ ਕੇ ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਕੀਤੀਆਂ ਨੇ। ਕਦੇ ਅਸੀਂ ਸੰਦੇਸ਼ ਟੂ ਸੋਲਜਰਸ ਦੇ ਨਾਲ ਅਸੀਂ ਆਪਣੇ ਜਵਾਨਾਂ ਨਾਲ ਭਾਵੁਕ ਰੂਪ ਵਿੱਚ ਅਤੇ ਮਜ਼ਬੂਤੀ ਨਾਲ ਜੁੜਨ ਦੀ ਮੁਹਿੰਮ ਚਲਾਈ। ਖਾਦੀ ਫਾਰ ਨੇਸ਼ਨ, ਖਾਦੀ ਫਾਰ ਫੈਸ਼ਨ ਦੇ ਨਾਲ ਖਾਦੀ ਦੀ ਵਿਕਰੀ ਨੂੰ ਨਵੇਂ ਮੁਕਾਮ ਉੱਪਰ ਪਹੁੰਚਾਇਆ। ਬਾਏ ਲੋਕਲ ਦਾ ਮੰਤਰ ਅਪਣਾਇਆ। ਅਸੀਂ ਫਿੱਟ ਤਾਂ ਇੰਡੀਆ ਫਿੱਟ ਨਾਲ ਫਿਟਨੈਸ ਪ੍ਰਤੀ ਜਾਗਰੂਕਤਾ ਵਧਾਈ। ਮਾਈ ਕਲੀਨ ਇੰਡੀਆ ਜਾਂ ਸਟੈਚੂ ਕਲੀਨਿੰਗ ਦੇ ਯਤਨਾਂ ਨਾਲ ਸਵੱਛਤਾ ਨੂੰ ਮਾਸ ਮੂਵਮੈਂਟ ਬਣਾਇਆ। ਹੈਸ਼ਟੈਗ ਨੋ ਟੂ ਡਰੱਗਸ, ਹੈਸ਼ਟੈਗ ਭਾਰਤ ਦੀ ਲਕਸ਼ਮੀ, ਹੈਸ਼ਟੈਗ ਸੈਲਫ ਫਾਰ ਸੋਸਾਇਟੀ, hashtag stress free exam, hashtag
ਸੁਰੱਖਿਆ ਬੰਧਨ, ਡਿਜੀਟਲ ਇਕੋਨੋਮੀ, ਰੋਡ ਸੇਫਟੀ, ਓ ਹੋ ਅਣਗਿਣਤ ਨੇ। ਸ਼ੈਲੇਸ਼ ਜੀ, ਤੁਹਾਡੇ ਇਸ ਮਨ ਕੀ ਬਾਤ ਦੇ ਚਾਰਟਰ ਨੂੰ ਵੇਖ ਕੇ ਇਹ ਅਹਿਸਾਸ ਹੋਇਆ ਕਿ ਇਹ ਲਿਸਟ ਸੱਚੀ ਬਹੁਤ ਲੰਮੀ ਹੈ। ਆਓ ਇਸ ਸਫ਼ਰ ਨੂੰ ਕੰਟੀਨਿਊ ਕਰੀਏ। ਇਸ ਮਨ ਕੀ ਬਾਤ ਚਾਰਟਰ ਵਿੱਚੋਂ ਆਪਣੀ ਦਿਲਚਸਪੀ ਦੇ ਕਿਸੇ ਵੀ ਕੌਜ਼ ਨਾਲ ਜੁੜੀਏ। ਯੂਜ਼ ਕਰਕੇ ਸਾਰਿਆਂ ਨਾਲ ਮਾਣ ਨਾਲ ਆਪਣੇ ਕੰਟਰੀਬਿਊਸ਼ਨ ਨੂੰ ਸ਼ੇਅਰ ਕਰੀਏ। ਦੋਸਤਾਂ ਨੂੰ, ਪਰਿਵਾਰਾਂ ਨੂੰ ਅਤੇ ਸਾਰਿਆਂ ਨੂੰ ਮੋਟੀਵੇਟ ਕਰੀਏ। ਜਦੋਂ ਹਰ ਭਾਰਤ ਵਾਸੀ ਇੱਕ ਕਦਮ ਤੁਰਦਾ ਹੈ ਤਾਂ ਸਾਡਾ ਭਾਰਤ 130 ਕਰੋੜ ਕਦਮ ਅੱਗੇ ਵਧਾਉਂਦਾ ਹੈ। ਇਸ ਲਈ ਚੈਰੇਵੇਤੀ ਚੈਰੇਵੇਤੀ ਚੈਰੇਵੇਤੀ, ਚਲਦੇ ਰਹੋ ਚਲਦੇ ਰਹੋ ਚਲਦੇ ਰਹੋ ਦਾ ਮੰਤਰ ਲੈ ਕੇ ਆਪਣੀਆਂ ਕੋਸ਼ਿਸ਼ਾਂ ਕਰਦੇ ਰਹੀਏ। ਮੇਰੇ ਪਿਆਰੇ ਦੇਸ਼ਵਾਸੀਓ, ਅਸੀਂ ਮਨ ਕੀ ਬਾਤ ਚਾਰਟਰ ਬਾਰੇ ਗੱਲ ਕੀਤੀ। ਸਵੱਛਤਾ ਤੋਂ ਬਾਅਦ ਜਨ ਸਾਂਝੇਦਾਰੀ ਦੀ ਭਾਵਨਾ, ਪਾਰਟੀਸਿਪੇਟਿਵ ਸਪਿਰਿਟ ਅੱਜ ਇੱਕ ਹੋਰ ਖੇਤਰ ਵਿੱਚ ਤੇਜ਼ੀ ਨਾਲ ਵਧ ਰਹੀ ਹੈ ਅਤੇ ਉਹ ਹੈ ਪਾਣੀ ਦੀ ਸੰਭਾਲ। ਪਾਣੀ ਦੀ ਸੰਭਾਲ ਲਈ ਕਈ ਵਿਆਪਕ ਤੇ ਇਨੋਵੇਟਿਵ ਕੋਸ਼ਿਸ਼ਾਂ ਦੇਸ਼ ਦੇ ਹਰ ਕੋਨੇ ਵਿੱਚ ਚੱਲ ਰਹੀਆਂ ਨੇ। ਮੈਨੂੰ ਇਹ ਕਹਿੰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਮੌਨਸੂਨ ਦੇ ਵੇਲੇ ਸ਼ੁਰੂ ਕੀਤਾ ਗਿਆ ਇਹ ਜਲ ਸ਼ਕਤੀ ਅਭਿਆਨ ਜਨ ਸਾਂਝੇਦਾਰੀ ਨਾਲ ਵਧੇਰੇ ਸਫਲਤਾ ਵੱਲ ਅੱਗੇ ਵਧ ਰਿਹਾ ਹੈ। ਵੱਡੀ ਗਿਣਤੀ ਵਿੱਚ ਤਲਾਬਾਂ, ਪੋਖਰਾਂ ਆਦਿ ਦਾ ਨਿਰਮਾਣ ਕੀਤਾ ਗਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੁਹਿੰਮ ਵਿੱਚ ਸਮਾਜ ਦੇ ਹਰ ਤਬਕੇ ਦੇ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ। ਹੁਣ ਰਾਜਸਥਾਨ ਦੇ ਝਾਲੋਰ ਜ਼ਿਲ੍ਹੇ ਨੂੰ ਹੀ ਵੇਖ ਲਈਏ। ਇੱਥੋਂ ਦੀਆਂ 2 ਇਤਿਹਾਸਿਕ ਬਾਉਲੀਆਂ ਕੂੜੇ ਅਤੇ ਗੰਦੇ ਪਾਣੀ ਦਾ ਭੰਡਾਰ ਬਣ ਗਈਆਂ ਸਨ। ਫਿਰ ਕੀ ਸੀ, ਭਦਰਾਯੂ ਅਤੇ ਥਾਨਵਾਲਾ ਪੰਚਾਇਤ ਦੇ ਸੈਂਕੜੇ ਲੋਕਾਂ ਨੇ ਜਲ ਸ਼ਕਤੀ ਅਭਿਆਨ ਦੇ ਤਹਿਤ ਇਨ੍ਹਾਂ ਨੂੰ ਮੁੜ ਸੁਰਜੀਤ ਕਰਨ ਦਾ ਬੀੜਾ ਚੁੱਕਿਆ। ਬਾਰਿਸ਼ ਤੋਂ ਪਹਿਲਾਂ ਹੀ ਇਹ ਲੋਕ ਇਨ੍ਹਾਂ ਬਾਉਲੀਆਂ 'ਚ ਜਮ੍ਹਾਂ ਹੋਏ ਗੰਦੇ ਪਾਣੀ, ਕੂੜੇ ਅਤੇ ਚਿੱਕੜ ਨੂੰ ਸਾਫ਼ ਕਰਨ ਵਿੱਚ ਜੁਟ ਗਏ। ਇਸ ਮੁਹਿੰਮ ਲਈ ਕਿਸੇ ਨੇ ਮਿਹਨਤ ਦਾ ਦਾਨ ਕੀਤਾ ਅਤੇ ਕਿਸੇ ਨੇ ਧਨ ਦਾਨ ਕੀਤਾ ਅਤੇ ਇਸੇ ਦਾ ਨਤੀਜਾ ਹੈ ਕਿ ਉਹ ਬਾਉਲੀਆਂ ਅੱਜ ਉੱਥੋਂ ਦੀ ਜੀਵਨ ਰੇਖਾ ਬਣ ਗਈਆਂ ਨੇ। ਕੁਝ ਇੱਦਾਂ ਦੀ ਹੀ ਕਹਾਣੀ ਹੈ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੀ, ਜਿੱਥੇ 43 ਹੈਕਟੇਅਰ ਖੇਤਰ ਵਿੱਚ ਫੈਲੀ ਸਰਾਹੀ ਝੀਲ ਆਪਣੇ ਅੰਤਲੇ ਸਾਹ ਗਿਣ ਰਹੀ ਸੀ, ਪਰ ਪਿੰਡ ਵਾਸੀਆਂ ਨੇ ਆਪਣੀ ਸੰਕਲਪ ਸ਼ਕਤੀ ਨਾਲ ਇਸ ਵਿੱਚ ਨਵੀਂ ਜਾਨ ਪਾ ਦਿੱਤੀ। ਇੰਨੇ ਵੱਡੇ ਮਿਸ਼ਨ ਦੇ ਰਾਹ ਵਿੱਚ ਇਹਨਾਂ ਨੇ ਕਿਸੇ ਵੀ ਕਮੀ ਨੂੰ ਰਾਹ 'ਚ ਨਹੀਂ ਆਉਣ ਦਿੱਤਾ। ਇੱਕ ਤੋਂ ਬਾਅਦ ਇੱਕ ਕਈ ਪਿੰਡ ਆਪਸ ਵਿੱਚ ਜੁੜਦੇ ਗਏ। ਇਸ ਝੀਲ ਦੇ ਚਾਰੇ ਪਾਸੇ 1 ਮੀਟਰ ਉੱਚਾ ਬੰਨ੍ਹ ਬਣਾਇਆ। ਹੁਣ ਝੀਲ ਪਾਣੀ ਨਾਲ ਨੱਕੋ ਨੱਕ ਭਰੀ ਹੈ ਅਤੇ ਆਲੇ ਦੁਆਲੇ ਦਾ ਵਾਤਾਵਰਣ ਪੰਛੀਆਂ ਦੀ ਚਹਿਕ ਨਾਲ ਗੂੰਜ ਰਿਹਾ ਹੈ। ਉੱਤਰਾਖੰਡ ਦੇ ਅਲਮੋੜਾ ਹਲਦਵਾਨੀ ਹਾਈਵੇ ਨਾਲ ਜੁੜਿਆ ਸੁਨੀਆਕੋਟ ਪਿੰਡ ਤੋਂ ਵੀ ਜਨ ਸਾਂਝੇਦਾਰੀ ਦੀ ਇੱਕ ਇੱਦਾਂ ਦੀ ਹੀ ਮਿਸਾਲ ਸਾਹਮਣੇ ਆਈ ਹੈ। ਪਿੰਡ ਵਾਲਿਆਂ ਨੇ ਜਲ ਸੰਕਟ ਨਾਲ ਨਿਬੜਨ ਲਈ ਖੁਦ ਹੀ ਪਿੰਡ ਤੱਕ ਪਾਣੀ ਲਿਆਉਣ ਦਾ ਸੰਕਲਪ ਲਿਆ। ਫਿਰ ਕੀ ਸੀ, ਲੋਕਾਂ ਨੇ ਆਪਸ ਵਿੱਚ ਪੈਸੇ ਇਕੱਠੇ ਕੀਤੇ, ਯੋਜਨਾ ਬਣੀ, ਮਿਹਨਤ ਦਾ ਦਾਨ ਹੋਇਆ ਅਤੇ ਕਰੀਬ 1 ਕਿਲੋਮੀਟਰ ਦੂਰ ਤੱਕ ਪਾਈਪ ਵਿਛਾਈ ਗਈ, ਪੰਪਿੰਗ ਸਟੇਸ਼ਨ ਲਾਇਆ ਗਿਆ ਅਤੇ ਫਿਰ ਵੇਖਦਿਆਂ 2 ਦਹਾਕੇ ਪੁਰਾਣੀ ਸਮੱਸਿਆ ਹਮੇਸ਼ਾ ਲਈ ਖਤਮ ਹੋ ਗਈ। ਇਸੇ ਤਰ੍ਹਾਂ ਤਮਿਲਨਾਡੂ ਤੋਂ ਬੋਰਵੈੱਲ ਨੂੰ ਰੇਨ ਵਾਟਰ ਹਾਰਵੈਸਟਿੰਗ ਦਾ ਜ਼ਰੀਆ ਬਣਾਉਣ ਦਾ ਬਹੁਤ ਹੀ ਇਨੋਵੇਟਿਵ ਆਈਡੀਆ ਸਾਹਮਣੇ ਆਇਆ ਹੈ। ਦੇਸ਼ ਭਰ ਵਿੱਚ ਜਲ ਸੰਭਾਲ ਨਾਲ ਜੁੜੀਆਂ ਅਜਿਹੀਆਂ ਅਣਗਿਣਤ ਕਹਾਣੀਆਂ ਨੇ ਜੋ ਨਿਊ ਇੰਡੀਆ ਦੇ ਸੰਕਲਪਾਂ ਨੂੰ ਬਲ ਦੇ ਰਹੀਆਂ ਨੇ। ਅੱਜ ਸਾਡੇ ਜਲ ਸ਼ਕਤੀ ਚੈਂਪੀਅਨਜ਼ ਦੀਆਂ ਕਹਾਣੀਆਂ ਸੁਣਨ ਲਈ ਪੂਰਾ ਦੇਸ਼ ਉਤਸੁਕ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਜਲ ਭੰਡਾਰਨ ਅਤੇ ਜਲ ਸੰਭਾਲ ਉੱਪਰ ਕੀਤੇ ਗਏ ਆਪਣੀਆਂ ਜਾਂ ਆਪਣੇ ਆਲੇ ਦੁਆਲੇ ਹੋ ਰਹੀਆਂ ਕੋਸ਼ਿਸ਼ਾਂ ਦੀਆਂ ਕਹਾਣੀਆਂ, ਫੋਟੋ, ਵੀਡੀਓ ਜਲ ਸ਼ਕਤੀ ਫਾਰ ਇੰਡੀਆ ਇਸ ਉੱਪਰ ਜ਼ਰੂਰ ਸ਼ੇਅਰ ਕਰੋ। ਮੇਰੇ ਪਿਆਰੇ ਦੇਸ਼ਵਾਸੀਓ ਅਤੇ ਖਾਸ ਕਰਕੇ ਮੇਰੇ ਨੌਜਵਾਨ ਸਾਥੀਓ, ਅੱਜ ਮਨ ਕੀ ਬਾਤ ਦੇ ਮਾਧਿਅਮ ਰਾਹੀਂ ਮੈਂ ਅਸਾਮ ਦੀ ਸਰਕਾਰ ਅਤੇ ਅਸਾਮ ਦੇ ਲੋਕਾਂ ਨੂੰ ਖੇਲੋ ਇੰਡੀਆ ਦੀ ਸ਼ਾਨਦਾਰ ਮੇਜ਼ਬਾਨੀ ਲਈ ਬਹੁਤ-ਬਹੁਤ ਵਧਾਈ ਦਿੰਦਾ। ਸਾਥੀਓ, 22 ਜਨਵਰੀ ਨੂੰ ਹੀ ਗੁਹਾਟੀ ਵਿੱਚ ਤੀਜੇ ਖੇਲੋ ਇੰਡੀਆ ਗੇਮਸ ਦੀ ਸਮਾਪਤੀ ਹੋਈ ਹੈ। ਇਸ ਵਿੱਚ ਵੱਖ-ਵੱਖ ਰਾਜਾਂ ਦੇ ਲਗਭਗ 6000 ਖਿਡਾਰੀਆਂ ਨੇ ਹਿੱਸਾ ਲਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਖੇਡਾਂ ਦੇ ਇਸ ਮਹਾਉਤਸਵ ਅੰਦਰ 80 ਰਿਕਾਰਡ ਟੁੱਟੇ ਅਤੇ ਮੈਨੂੰ ਮਾਣ ਹੈ ਕਿ ਜਿਨ੍ਹਾਂ ਵਿੱਚੋਂ 56 ਰਿਕਾਰਡ ਤੋੜਨ ਦਾ ਕੰਮ ਸਾਡੀਆਂ ਧੀਆਂ ਨੇ ਕੀਤਾ। ਇਹ ਪ੍ਰਾਪਤੀ ਧੀਆਂ ਦੇ ਨਾਮ ਹੋਈ ਹੈ। ਮੈਂ ਸਾਰੇ ਜੇਤੂਆਂ ਦੇ ਨਾਲ ਇਸ ਵਿੱਚ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੰਦਾ। ਨਾਲ ਹੀ ਖੇਲੋ ਇੰਡੀਆ ਗੇਮਸ ਦੇ ਸਫਲ ਆਯੋਜਨ ਲਈ ਇਸ ਨਾਲ ਜੁੜੇ ਸਾਰੇ ਲੋਕਾਂ
ਸਿੱਖਿਅਤ ਕਰਨ ਵਾਲੇ ਤੇ ਤਕਨੀਕੀ ਅਧਿਕਾਰੀਆਂ ਪ੍ਰਤੀ ਧੰਨਵਾਦ ਪ੍ਰਗਟਾਉਣਾ। ਇਹ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਸਾਲ ਦਰ ਸਾਲ ਖੇਲੋ ਇੰਡੀਆ ਗੇਮਸ 'ਚ ਖਿਡਾਰੀਆਂ ਦੀ ਹਿੱਸੇਦਾਰੀ ਵਧ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਕੂਲੀ ਪੱਧਰ ਉੱਪਰ ਬੱਚਿਆਂ ਵਿੱਚ ਸਪੋਰਟਸ ਦੇ ਪ੍ਰਤੀ ਝੁਕਾਅ ਕਿੰਨਾ ਵੱਧ ਰਿਹਾ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2018 ਵਿੱਚ ਜਦ ਖੇਲੋ ਇੰਡੀਆ ਗੇਮਸ ਦੀ ਸ਼ੁਰੂਆਤ ਹੋਈ ਸੀ, ਉਦੋਂ ਇਸ ਵਿੱਚ 3500 ਖਿਡਾਰੀਆਂ ਨੇ ਹਿੱਸਾ ਲਿਆ ਸੀ, ਪਰ ਸਿਰਫ 3 ਵਰ੍ਹਿਆਂ ਵਿੱਚ ਖਿਡਾਰੀਆਂ ਦੀ ਗਿਣਤੀ 6000 ਤੋਂ ਜ਼ਿਆਦਾ ਹੋ ਗਈ ਹੈ, ਭਾਵ ਤਕਰੀਬਨ ਦੁੱਗਣੀ। ਇੰਨਾ ਹੀ ਨਹੀਂ, ਸਿਰਫ 3 ਵਰ੍ਹਿਆਂ ਵਿੱਚ ਖੇਲੋ ਇੰਡੀਆ ਗੇਮਸ ਦੇ ਮਾਧਿਅਮ ਰਾਹੀਂ 3200 ਪ੍ਰਤਿਭਾਸ਼ਾਲੀ ਬੱਚੇ ਉੱਭਰ ਕੇ ਸਾਹਮਣੇ ਆਏ ਨੇ। ਇਨ੍ਹਾਂ ਵਿੱਚ ਕਈ ਬੱਚੇ ਅਜਿਹੇ ਨੇ ਜੋ ਥੋੜ੍ਹਾਂ ਤੇ ਗਰੀਬੀ ਵਿਚਕਾਰ ਪਲੇ ਨੇ। ਖੇਲੋ ਇੰਡੀਆ ਗੇਮਸ 'ਚ ਸ਼ਾਮਿਲ ਹੋਣ ਵਾਲੇ ਬੱਚਿਆਂ ਤੇ ਉਹਨਾਂ ਦੇ ਮਾਤਾ-ਪਿਤਾ ਦੇ ਸਬਰ ਤੇ ਦ੍ਰਿੜ ਸੰਕਲਪ ਦੀਆਂ ਅਜਿਹੀਆਂ ਕਹਾਣੀਆਂ ਨੇ ਜੋ ਹਰ ਹਿੰਦੁਸਤਾਨੀ ਨੂੰ ਪ੍ਰੇਰਣਾ ਦੇਣਗੀਆਂ। ਹੁਣ ਗੁਹਾਟੀ ਦੀ ਪੂਰਨਿਮਾ ਮੰਡਲ ਨੂੰ ਹੀ ਲੈ ਲਈਏ। ਉਹ ਖੁਦ ਗੁਹਾਟੀ ਨਗਰ ਨਿਗਮ 'ਚ ਇੱਕ ਸਫਾਈ ਕਰਮਚਾਰੀ ਹੈ, ਪਰ ਉਸ ਦੀ ਧੀ ਮਾਲਵਿਕਾ ਨੇ ਜਿੱਥੇ ਫੁੱਟਬਾਲ 'ਚ ਦਮ ਦਿਖਾਇਆ, ਉੱਥੇ ਉਸ ਦੇ ਇੱਕ ਬੇਟੇ ਸੁਜੀਤ ਨੇ ਖੋ-ਖੋ ਵਿੱਚ ਤਾਂ ਦੂਜੇ ਬੇਟੇ ਪ੍ਰਦੀਪ ਨੇ ਹਾਕੀ ਵਿੱਚ ਅਸਾਮ ਦੀ ਪ੍ਰਤੀਨਿਧਤਾ ਕੀਤੀ। ਕੁਝ ਇੱਦਾਂ ਦੀ ਹੀ ਮਾਣ ਨਾਲ ਭਰ ਦੇਣ ਵਾਲੀ ਕਹਾਣੀ ਤਮਿਲਨਾਡੂ ਦੇ ਯੋਗਾਨੰਥਨ ਦੀ ਹੈ। ਉਹ ਆਪ ਤਾਂ ਤਮਿਲਨਾਡੂ ਵਿੱਚ ਬੀੜੀ ਬਣਾਉਣ ਦਾ ਕੰਮ ਕਰਦੇ ਨੇ, ਪਰ ਉਹਨਾਂ ਦੀ ਬੇਟੀ ਪੂਰਨਾਸ਼ਰੀ ਨੇ ਵੇਟ ਲਿਫਟਿੰਗ 'ਚ ਗੋਲਡ ਮੈਡਲ ਪ੍ਰਾਪਤ ਕਰਕੇ ਹਰ ਕਿਸੇ ਦਾ ਦਿਲ ਜਿੱਤ ਲਿਆ। ਜਦ ਮੈਂ ਡੇਵਿਡ ਬੈਕਮ ਦਾ ਨਾਂ ਲਵਾਂਗਾ ਤਾਂ ਤੁਸੀਂ ਆਖੋਗੇ ਮਸ਼ਹੂਰ ਇੰਟਰਨੈਸ਼ਨਲ ਫੁੱਟਬਾਲਰ, ਪਰ ਹੁਣ ਸਾਡੇ ਕੋਲ ਵੀ ਇੱਕ ਡੇਵਿਡ ਬੈਕਮ ਹੈ ਤੇ ਉਸ ਨੇ ਗੁਹਾਟੀ ਦੇ ਯੂਥ ਗੇਮਸ 'ਚ ਸੋਨੇ ਦਾ ਤਮਗਾ ਜਿੱਤਿਆ। ਉਹ ਵੀ ਸਾਈਕਲ ਦੌੜ ਦੇ 200 ਮੀਟਰ ਦੇ ਸਪ੍ਰਿੰਟ ਈਵੈਂਟ ਵਿੱਚ। ਕਿ ਕੁਝ ਸਮਾਂ ਪਹਿਲਾਂ ਜਦ ਮੈਂ ਅੰਡੇਮਾਨ ਨਿਕੋਬਾਰ ਗਿਆ ਸੀ, ਕਾਰ ਨਿਕੋਬਾਰ ਦੀਪ ਦੇ ਰਹਿਣ ਵਾਲੇ ਡੇਵਿਡ ਦੇ ਸਿਰ ਤੋਂ ਬਚਪਨ ਵਿੱਚ ਹੀ ਮਾਂ-ਪਿਓ ਦਾ ਸਾਇਆ ਉੱਠ ਗਿਆ ਸੀ। ਉਸ ਦੇ ਚਾਚਾ ਉਸ ਨੂੰ ਫੁੱਟਬਾਲਰ ਬਣਾਉਣਾ ਚਾਹੁੰਦੇ ਸਨ, ਇਸ ਕਰਕੇ ਮਸ਼ਹੂਰ ਫੁੱਟਬਾਲਰ ਦੇ ਨਾਮ ਉੱਪਰ ਉਸ ਦਾ ਨਾਮ ਰੱਖ ਦਿੱਤਾ ਗਿਆ, ਪਰ ਇਸ ਦਾ ਮਨ ਸਾਈਕਲਿੰਗ ਨਾਲ ਜੁੜਿਆ ਹੋਇਆ ਸੀ। ਖੇਲੋ ਇੰਡੀਆ ਸਕੀਮ ਦੇ ਤਹਿਤ ਇਹਨਾਂ ਦੀ ਚੋਣ ਵੀ ਹੋ ਗਈ ਤੇ ਅੱਜ ਵੇਖੋ ਇਹਨਾਂ ਨੇ ਸਾਈਕਲਿੰਗ 'ਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ। ਭਿਵਾਨੀ ਦੇ ਪ੍ਰਸ਼ਾਂਤ ਸਿੰਘ ਕਨ੍ਹਈਆ ਨੇ ਪੋਲ ਵਾਲਟ ਇਵੈਂਟ ਵਿੱਚ ਖੁਦ ਆਪਣਾ ਹੀ ਨੈਸ਼ਨਲ ਰਿਕਾਰਡ ਬ੍ਰੇਕ ਕੀਤਾ ਹੈ। 19 ਸਾਲ ਦੇ ਪ੍ਰਸ਼ਾਂਤ ਇੱਕ ਕਿਸਾਨ ਪਰਿਵਾਰ ਤੋਂ ਨੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਪ੍ਰਸ਼ਾਂਤ ਮਿੱਟੀ ਵਿੱਚ ਪੋਲ ਵਾਲਟ ਦੀ ਪ੍ਰੈਕਟਿਸ ਕਰਦੇ ਨੇ। ਇਹ ਜਾਣਨ ਤੋਂ ਬਾਅਦ ਖੇਡ ਵਿਭਾਗ ਨੇ ਉਹਨਾਂ ਦੇ ਕੋਚ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਅਕੈਡਮੀ ਚਲਾਉਣ 'ਚ ਮਦਦ ਕੀਤੀ ਤੇ ਅੱਜ ਪ੍ਰਸ਼ਾਂਤ ਉੱਥੇ ਸਿਖਲਾਈ ਪ੍ਰਾਪਤ ਕਰ ਰਹੇ ਨੇ। ਮੁੰਬਈ ਦੀ ਕਰੀਨਾ ਸ਼ਾਂਕਤਾ ਦੀ ਕਹਾਣੀ ਵਿੱਚ ਕਿਸੇ ਵੀ ਹਾਲਤ ਵਿੱਚ ਹਾਰ ਨਾ ਮੰਨਣ ਦਾ ਇੱਕ ਜਜ਼ਬਾ ਹਰ ਕਿਸੇ ਨੂੰ ਪ੍ਰੇਰਿਤ ਕਰਦਾ ਹੈ। ਕਰੀਨਾ ਨੇ ਸਵਿਮਿੰਗ ਵਿੱਚ 100 ਮੀਟਰ ਬ੍ਰੈਸਟ ਸਟ੍ਰੋਕ ਮੁਕਾਬਲੇ ਦੀ ਅੰਡਰ 17 ਕੈਟੇਗਰੀ ਵਿੱਚ ਗੋਲਡ ਮੈਡਲ ਜਿੱਤਿਆ ਤੇ ਨਵਾਂ ਨੈਸ਼ਨਲ ਰਿਕਾਰਡ ਬਣਾਇਆ। 10th ਸਟੈਂਡਰਡ ਵਿੱਚ ਪੜ੍ਹਨ ਵਾਲੀ ਕਰੀਨਾ ਦੇ ਲਈ ਇੱਕ ਸਮਾਂ ਅਜਿਹਾ ਵੀ ਆਇਆ ਜਦ ਨੀ ਇੰਜਰੀ ਦੇ ਚੱਲਦਿਆਂ ਟ੍ਰੇਨਿੰਗ ਛੱਡਣੀ ਪਈ ਸੀ, ਪਰ ਕਰੀਨਾ ਤੇ ਉਸ ਦੀ ਮਾਂ ਨੇ ਹਿੰਮਤ ਨਹੀਂ ਹਾਰੀ ਤੇ ਅੱਜ ਨਤੀਜਾ ਸਾਡੇ ਸਾਹਮਣੇ ਹੈ। ਮੈਂ ਸਾਰੇ ਖਿਡਾਰੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ। ਇਸ ਦੇ ਨਾਲ ਹੀ ਮੈਂ ਸਾਰੇ ਦੇਸ਼ ਵਾਸੀਆਂ ਵੱਲੋਂ ਇਹਨਾਂ ਸਭਨਾਂ ਦੇ ਪੇਰੈਂਟਸ ਨੂੰ ਵੀ ਨਮਨ ਕਰਦਾ ਜਿਨ੍ਹਾਂ ਨੇ ਗਰੀਬੀ ਨੂੰ ਬੱਚਿਆਂ ਦੇ ਭਵਿੱਖ ਦੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ। ਅਸੀਂ ਸਾਰੇ ਜਾਣਦੇ ਹਾਂ ਕਿ ਰਾਸ਼ਟਰੀ ਖੇਡ ਪ੍ਰਤੀਯੋਗਿਤਾ ਦੇ ਮਾਧਿਅਮ ਨਾਲ ਜਿੱਥੇ ਖਿਡਾਰੀਆਂ ਨੂੰ ਆਪਣਾ ਪੈਸ਼ਨ ਵਿਖਾਉਣ ਦਾ ਮੌਕਾ ਮਿਲਦਾ ਹੈ, ਉੱਥੇ ਹੀ ਉਹ ਦੂਸਰੇ ਰਾਜਾਂ ਦੇ ਸੱਭਿਆਚਾਰ ਦੇ ਰੂਬਰੂ ਵੀ ਹੁੰਦੇ ਨੇ। ਇਸ ਲਈ ਅਸੀਂ ਖੇਲੋ ਇੰਡੀਆ ਯੂਥ ਗੇਮਸ ਦੀ ਤਰਜ਼ ਉੱਪਰ ਹੀ ਹਰ ਵਰ੍ਹੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵੀ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਸਾਥੀਓ, ਅਗਲੇ ਮਹੀਨੇ 22 ਫਰਵਰੀ ਤੋਂ 1 ਮਾਰਚ ਤੱਕ ਉੜੀਸਾ ਦੇ ਕਟਕ ਤੇ ਭੁਵਨੇਸ਼ਵਰ 'ਚ ਪਹਿਲੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਆਯੋਜਿਤ ਹੋ ਰਹੇ ਨੇ। ਇਨ੍ਹਾਂ ਵਿੱਚ ਭਾਗ ਲੈਣ ਲਈ 3000 ਤੋਂ ਜ਼ਿਆਦਾ ਖਿਡਾਰੀ ਕੁਆਲੀਫਾਈ ਕਰ ਚੁੱਕੇ ਨੇ। ਮੇਰੇ ਪਿਆਰੇ ਦੇਸ਼ਵਾਸੀਓ, ਐਗਜ਼ਾਮਸ ਦਾ ਸੀਜ਼ਨ ਆ ਚੁੱਕਾ ਹੈ ਤਾਂ ਜ਼ਾਹਿਰ ਹੈ ਕਿ ਸਾਰੇ ਵਿਦਿਆਰਥੀ ਆਪੋ ਆਪਣੀਆਂ ਤਿਆਰੀਆਂ ਨੂੰ ਆਖਰੀ ਸ਼ੇਪ ਦੇਣ ਵਿੱਚ ਜੁਟੇ ਹੋਣਗੇ। ਦੇਸ਼ ਦੇ ਕਰੋੜਾਂ ਵਿਦਿਆਰਥੀ ਸਾਥੀਆਂ ਨਾਲ ਪ੍ਰੀਖਿਆ ਪੇ ਚਰਚਾ ਦੇ ਅਨੁਭਵ ਤੋਂ ਬਾਅਦ ਮੈਂ ਯਕੀਨ ਨਾਲ ਕਹਿ ਸਕਦਾ ਕਿ ਦੇਸ਼ ਦਾ ਨੌਜਵਾਨ ਸਵੈ ਵਿਸ਼ਵਾਸ ਨਾਲ ਭਰਿਆ ਹੋਇਆ ਹੈ ਤੇ ਹਰ ਚੁਣੌਤੀ ਲਈ ਤਿਆਰ ਹੈ। ਸਾਥੀਓ, ਇੱਕ ਪਾਸੇ ਪ੍ਰੀਖਿਆਵਾਂ ਤੇ ਦੂਜੇ ਪਾਸੇ ਠੰਡ ਦਾ ਮੌਸਮ, ਇਹਨਾਂ ਦੋਵਾਂ ਵਿਚਕਾਰ
ਮੇਰੀ ਬੇਨਤੀ ਹੈ ਕਿ ਖੁਦ ਨੂੰ ਫਿੱਟ ਜ਼ਰੂਰ ਰੱਖੋ, ਥੋੜ੍ਹੀ ਬਹੁਤ ਐਕਸਰਸਾਈਜ਼ ਜ਼ਰੂਰ ਕਰੋ, ਥੋੜ੍ਹਾ ਖੇਡੋ-ਕੁੱਦੋ। ਖੇਡਣਾ ਕੁੱਦਣਾ ਫਿੱਟ ਰਹਿਣ ਦਾ ਮੂਲ ਮੰਤਰ ਹੈ। ਵੈਸੇ ਮੈਂ ਇਨ੍ਹੀਂ ਦਿਨੀਂ ਵੇਖਦਾ ਕਿ ਫਿੱਟ ਇੰਡੀਆ ਨੂੰ ਲੈ ਕੇ ਬਹੁਤ ਸਾਰੇ ਇਵੈਂਟਸ ਹੁੰਦੇ ਨੇ। 18 ਜਨਵਰੀ ਨੂੰ ਨੌਜਵਾਨਾਂ ਨੇ ਦੇਸ਼ ਭਰ ਵਿੱਚ ਸਾਈਕਲੋਥੌਨ ਦਾ ਆਯੋਜਨ ਕੀਤਾ। ਇਸ ਵਿੱਚ ਸ਼ਾਮਿਲ ਲੱਖਾਂ ਦੇਸ਼ ਵਾਸੀਆਂ ਨੇ ਫਿਟਨੈਸ ਦਾ ਸੰਦੇਸ਼ ਦਿੱਤਾ। ਸਾਡਾ ਨਿਊ ਇੰਡੀਆ ਪੂਰੀ ਤਰ੍ਹਾਂ ਫਿੱਟ ਰਹੇ, ਇਸ ਲਈ ਹਰ ਪੱਧਰ ਉੱਪਰ ਜੋ ਕੋਸ਼ਿਸ਼ਾਂ ਵੇਖਣ ਨੂੰ ਮਿਲ ਰਹੀਆਂ ਨੇ, ਉਹ ਜੋਸ਼ ਤੇ ਉਤਸ਼ਾਹ ਨਾਲ ਭਰ ਦੇਣ ਵਾਲੀਆਂ ਨੇ। ਪਿਛਲੇ ਵਰ੍ਹੇ ਨਵੰਬਰ ਵਿੱਚ ਸ਼ੁਰੂ ਹੋਈ ਫਿਟ ਇੰਡੀਆ ਸਕੂਲ ਦੀ ਮੁਹਿੰਮ ਵੀ ਹੁਣ ਰੰਗ ਲਿਆ ਰਹੀ ਹੈ। ਮੈਨੂੰ ਦੱਸਿਆ ਗਿਆ ਹੈ ਕਿ ਹੁਣ ਤੱਕ 65,000 ਤੋਂ ਜ਼ਿਆਦਾ ਸਕੂਲਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਕੇ ਫਿਟ ਇੰਡੀਆ ਸਕੂਲ ਸਰਟੀਫਿਕੇਟ ਪ੍ਰਾਪਤ ਕੀਤਾ ਹੈ। ਦੇਸ਼ ਦੇ ਬਾਕੀ ਸਾਰੇ ਸਕੂਲਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਫਿਜ਼ੀਕਲ ਐਕਟੀਵਿਟੀ ਤੇ ਖੇਡਾਂ ਨੂੰ ਪੜ੍ਹਾਈ ਨਾਲ ਜੋੜ ਕੇ ਫਿਟ ਸਕੂਲ ਜ਼ਰੂਰ ਬਣਨ। ਇਸ ਦੇ ਨਾਲ ਹੀ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਫਿਜ਼ੀਕਲ ਐਕਟੀਵਿਟੀ ਨੂੰ ਵੱਧ ਤੋਂ ਵੱਧ ਉਤਸ਼ਾਹ ਦੇਣ। ਰੋਜ਼ ਆਪਣੇ ਆਪ ਨੂੰ ਯਾਦ ਦਿਵਾਉਣ ਕਿ ਅਸੀਂ ਫਿੱਟ ਤਾਂ ਇੰਡੀਆ ਫਿੱਟ। ਮੇਰੇ ਪਿਆਰੇ ਦੇਸ਼ ਵਾਸੀਓ, 2 ਹਫ਼ਤੇ ਪਹਿਲਾਂ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਵੱਖ-ਵੱਖ ਤਿਉਹਾਰਾਂ ਦੀ ਧੂਮ-ਧਾਮ ਸੀ। ਜਦੋਂ ਪੰਜਾਬ ਵਿੱਚ ਲੋਹੜੀ ਜੋਸ਼ ਤੇ ਉਤਸ਼ਾਹ ਦੀ ਗਰਮਾਇਸ਼ ਫੈਲਾ ਰਹੀ ਸੀ, ਤਾਮਿਲਨਾਡੂ ਦੀਆਂ ਭੈਣਾਂ ਤੇ ਭਰਾ ਪੋਂਗਲ ਦਾ ਤਿਉਹਾਰ ਮਨਾ ਰਹੇ ਸਨ, ਤਿਰੂਵਲੂਰ ਦੀ ਜਯੰਤੀ ਸੈਲੀਬ੍ਰੇਟ ਕਰ ਰਹੇ ਸਨ। ਅਸਾਮ ਵਿੱਚ ਬਿਹੂ ਦੀ ਮਨਮੋਹਕ ਛਟਾ ਵੇਖਣ ਨੂੰ ਮਿਲ ਰਹੀ ਸੀ। ਗੁਜਰਾਤ ਵਿੱਚ ਹਰ ਪਾਸੇ ਉਤਰਾਇਣ ਦੀ ਧੂਮ ਤੇ ਪਤੰਗਾਂ ਨਾਲ ਭਰਿਆ ਆਕਾਸ਼ ਸੀ। ਇਸ ਸਮੇਂ ਦਿੱਲੀ ਇੱਕ ਇਤਿਹਾਸਿਕ ਘਟਨਾ ਦੀ ਗਵਾਹ ਬਣ ਰਹੀ ਸੀ। ਦਿੱਲੀ ਵਿੱਚ ਇੱਕ ਮਹੱਤਵਪੂਰਨ ਸਮਝੌਤੇ ਉੱਪਰ ਦਸਤਖਤ ਕੀਤੇ ਗਏ। ਇਸ ਦੇ ਨਾਲ ਹੀ ਲਗਭਗ 25 ਸਾਲ ਪੁਰਾਣੀ ਬਰੂ ਰਿਆਂਗ ਰਿਫਿਊਜੀ ਕ੍ਰਾਈਸਿਸ ਇੱਕ ਦਰਦਨਾਕ ਚੈਪਟਰ ਦਾ ਅੰਤ ਹੋਇਆ, ਹਮੇਸ਼ਾ ਲਈ ਖਤਮ ਹੋ ਗਈ। ਆਪਣੇ ਬਿਜ਼ੀ ਰੂਟੀਨ ਤੇ ਫੈਸਟਿਵ ਸੀਜ਼ਨ ਦੇ ਚੱਲਦਿਆਂ ਤੁਸੀਂ ਸ਼ਾਇਦ ਇਸ ਇਤਿਹਾਸਿਕ ਸਮਝੌਤੇ ਬਾਰੇ ਵਿਸਤਾਰ ਵਿੱਚ ਨਹੀਂ ਜਾਣ ਸਕੇ। ਇਸ ਲਈ ਮੈਨੂੰ ਲੱਗਾ ਕਿ ਇਸ ਬਾਰੇ ਮਨ ਕੀ ਬਾਤ ਵਿੱਚ ਤੁਹਾਡੇ ਨਾਲ ਚਰਚਾ ਜ਼ਰੂਰ ਕਰਾਂ। ਇਹ ਸਮੱਸਿਆ 90 ਦੇ ਦਹਾਕੇ ਦੀ ਹੈ। 1997 ਵਿੱਚ ਜਾਤੀ ਤਣਾਅ ਦੇ ਕਾਰਨ ਬਰੂ ਰਿਆਂਗ ਜਨਜਾਤੀ ਦੇ ਲੋਕਾਂ ਨੂੰ ਮਿਜ਼ੋਰਮ ਤੋਂ ਨਿਕਲ ਕੇ ਤ੍ਰਿਪੁਰਾ 'ਚ ਸ਼ਰਨ ਲੈਣੀ ਪਈ ਸੀ। ਇਨ੍ਹਾਂ ਸ਼ਰਨਾਰਥੀਆਂ ਨੂੰ ਨਾਰਥ ਤ੍ਰਿਪੁਰਾ ਦੇ ਕੰਚਨਪੁਰ ਸਥਿਤ ਅਸਥਾਈ ਕੈਂਪਾਂ 'ਚ ਰੱਖਿਆ ਗਿਆ। ਇਹ ਬਹੁਤ ਦਰਦਨਾਕ ਹੈ ਕਿ ਬਰੂ ਰਿਆਂਗ ਭਾਈਚਾਰੇ ਦੇ ਲੋਕਾਂ ਨੇ ਸ਼ਰਨਾਰਥੀ ਦੇ ਰੂਪ ਵਿੱਚ ਆਪਣੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਗਵਾ ਦਿੱਤਾ। ਉਨ੍ਹਾਂ ਲਈ ਕੈਂਪਾਂ ਵਿੱਚ ਜ਼ਿੰਦਗੀ ਕੱਟਣ ਦਾ ਮਤਲਬ ਸੀ ਹਰ ਬੁਨਿਆਦੀ ਸਹੂਲਤ ਤੋਂ ਵਾਂਝਾ ਹੋਣਾ। 23 ਸਾਲ ਤੱਕ ਨਾ ਘਰ, ਨਾ ਜ਼ਮੀਨ, ਨਾ ਪਰਿਵਾਰ ਲਈ, ਬਿਮਾਰੀ ਲਈ ਇਲਾਜ ਦਾ ਪ੍ਰਬੰਧ ਤੇ ਨਾ ਹੀ ਬੱਚਿਆਂ ਦੀ ਸਿੱਖਿਆ ਦੀ ਚਿੰਤਾ ਜਾਂ ਉਹਨਾਂ ਲਈ ਸਹੂਲਤ। ਜ਼ਰਾ ਸੋਚੋ, 23 ਸਾਲ ਤੱਕ ਕੈਂਪਾਂ ਵਿੱਚ ਮੁਸ਼ਕਿਲ ਹਾਲਾਤ ਵਿੱਚ ਜੀਵਨ ਬਤੀਤ ਕਰਨਾ ਉਹਨਾਂ ਲਈ ਕਿੰਨਾ ਔਖਾ ਰਿਹਾ ਹੋਵੇਗਾ। ਜੀਵਨ ਦੇ ਹਰ ਪਲ, ਹਰ ਇੱਕ ਦਿਨ ਦਾ ਅਨਿਸ਼ਚਿਤ ਭਵਿੱਖ ਨਾਲ ਵਧਣਾ ਕਿੰਨਾ ਕਸ਼ਟਦਾਇਕ ਰਿਹਾ ਹੋਵੇਗਾ। ਸਰਕਾਰਾਂ ਆਈਆਂ ਤੇ ਚਲੀਆਂ ਗਈਆਂ, ਪਰ ਉਹਨਾਂ ਦੇ ਇਸ ਦਰਦ ਦਾ ਹੱਲ ਨਹੀਂ ਨਿਕਲ ਸਕਿਆ। ਪਰ ਇੰਨੇ ਕਸ਼ਟ ਦੇ ਬਾਵਜੂਦ ਭਾਰਤੀ ਸੰਵਿਧਾਨ ਤੇ ਸੰਸਕ੍ਰਿਤੀ ਪ੍ਰਤੀ ਉਹਨਾਂ ਦਾ ਵਿਸ਼ਵਾਸ ਅਡੋਲ ਰਿਹਾ ਤੇ ਇਸੇ ਵਿਸ਼ਵਾਸ ਦਾ ਨਤੀਜਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਅੱਜ ਇੱਕ ਨਵੀਂ ਸਵੇਰ ਆਈ ਹੈ। ਸਮਝੌਤੇ ਦੇ ਤਹਿਤ ਹੁਣ ਉਹਨਾਂ ਲਈ ਸਨਮਾਨਪੂਰਵਕ ਜੀਵਨ ਜੀਣ ਦਾ ਰਾਹ ਖੁੱਲ੍ਹ ਗਿਆ ਹੈ। ਆਖਿਰਕਾਰ 2020 ਦਾ ਨਵਾਂ ਦਹਾਕਾ ਬਰੂ ਰਿਆਂਗ ਭਾਈਚਾਰੇ ਦੇ ਜੀਵਨ ਵਿੱਚ ਇੱਕ ਨਵੀਂ ਆਸ ਤੇ ਉਮੀਦ ਦੀ ਕਿਰਨ ਲੈ ਕੇ ਆਇਆ ਹੈ। ਕਰੀਬ 34,000 ਬਰੂ ਸ਼ਰਨਾਰਥੀਆਂ ਨੂੰ ਤ੍ਰਿਪੁਰਾ 'ਚ ਵਸਾਇਆ ਜਾਏਗਾ। ਇੰਨਾ ਹੀ ਨਹੀਂ, ਉਹਨਾਂ ਦੇ ਮੁੜ ਵਸੇਵੇਂ ਤੇ ਸਰਵਪੱਖੀ ਵਿਕਾਸ ਲਈ ਕੇਂਦਰ ਸਰਕਾਰ ਲਗਭਗ 600 ਕਰੋੜ ਰੁਪਏ ਦੀ ਮਦਦ ਵੀ ਕਰੇਗੀ। ਹਰੇਕ ਵਿਸਥਾਪਿਤ ਪਰਿਵਾਰ ਨੂੰ ਪਲਾਟ ਦਿੱਤਾ ਜਾਏਗਾ, ਘਰ ਬਣਾਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਏਗੀ। ਇਸ ਦੇ ਨਾਲ ਹੀ ਰਾਸ਼ਨ ਦਾ ਪ੍ਰਬੰਧ ਵੀ ਕੀਤਾ ਜਾਏਗਾ। ਉਹ ਹੁਣ ਕੇਂਦਰ ਤੇ ਰਾਜ ਸਰਕਾਰ ਦੀਆਂ ਜਨ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਲੈ ਸਕਣਗੇ। ਇਹ ਸਮਝੌਤਾ ਕਈ ਕਾਰਨਾਂ ਕਰਕੇ ਬਹੁਤ ਖਾਸ ਹੈ। ਇਹ ਕੋਆਪਰੇਟਿਵ ਫੈਡਰਲਿਜ਼ਮ ਦੀ ਭਾਵਨਾ ਨੂੰ ਦਰਸਾਉਂਦਾ ਹੈ। ਸਮਝੌਤੇ ਲਈ ਮਿਜ਼ੋਰਮ ਤੇ ਤ੍ਰਿਪੁਰਾ ਦੋਵਾਂ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਇਹ ਸਮਝੌਤਾ ਦੋਵਾਂ ਰਾਜਾਂ ਦੀ ਜਨਤਾ ਦੀ ਸਹਿਮਤੀ ਤੇ ਸ਼ੁਭਕਾਮਨਾਵਾਂ ਨਾਲ ਹੀ ਸੰਭਵ ਹੋਇਆ ਹੈ। ਇਸ ਲਈ ਮੈਂ ਦੋਵਾਂ ਰਾਜਾਂ ਦੀ ਜਨਤਾ ਦਾ, ਉੱਥੋਂ ਦੇ ਮੁੱਖ ਮੰਤਰੀਆਂ ਦਾ,
ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਨਾ ਚਾਹੁੰਦਾ। ਇਹ ਸਮਝੌਤਾ ਭਾਰਤੀ ਸੱਭਿਆਚਾਰ ਵਿੱਚ ਮੌਜੂਦ ਕਰੁਣਾ ਭਾਵ ਤੇ ਸੁਹਿਰਦਤਾ ਨੂੰ ਵੀ ਪ੍ਰਗਟ ਕਰਦਾ ਹੈ। ਸਾਰਿਆਂ ਨੂੰ ਆਪਣਾ ਮੰਨ ਕੇ ਚੱਲਣਾ ਤੇ ਇਕਜੁੱਟਤਾ ਨਾਲ ਰਹਿਣਾ ਇਸ ਪਵਿੱਤਰ ਭੂਮੀ ਦੇ ਸੰਸਕਾਰਾਂ ਵਿੱਚ ਰਚਿਆ ਹੋਇਆ ਹੈ। ਇੱਕ ਵਾਰ ਫਿਰ ਇਨ੍ਹਾਂ ਰਾਜਾਂ ਦੇ ਨਿਵਾਸੀਆਂ ਤੇ ਬਰੂ ਰਿਆਂਗ ਭਾਈਚਾਰੇ ਦੇ ਲੋਕਾਂ ਨੂੰ ਮੈਂ ਵਿਸ਼ੇਸ਼ ਰੂਪ ਵਿੱਚ ਵਧਾਈ ਦਿੰਦਾ। ਮੇਰੇ ਪਿਆਰੇ ਦੇਸ਼ਵਾਸੀਓ, ਇੰਨੇ ਵੱਡੇ ਖੇਲੋ ਇੰਡੀਆ ਗੇਮਸ ਦਾ ਸਫਲ ਆਯੋਜਨ ਕਰਨ ਵਾਲੇ ਅਸਾਮ ਵਿੱਚ ਇੱਕ ਹੋਰ ਵੱਡਾ ਕੰਮ ਹੋਇਆ ਹੈ। ਤੁਸੀਂ ਵੀ ਨਿਊਜ਼ ਵਿੱਚ ਵੇਖਿਆ ਹੋਵੇਗਾ ਕਿ ਅਜੇ ਕੁਝ ਦਿਨ ਪਹਿਲਾਂ ਅਸਾਮ 'ਚ 8 ਵੱਖ-ਵੱਖ ਮਿਲੀਟੈਂਟ ਗਰੁੱਪਾਂ ਦੇ 644 ਲੋਕਾਂ ਨੇ ਆਪਣੇ ਹਥਿਆਰਾਂ ਨਾਲ ਆਤਮ ਸਮਰਪਣ ਕੀਤਾ, ਜੋ ਪਹਿਲਾਂ ਹਿੰਸਾ ਦੇ ਰਾਹ ਉੱਪਰ ਤੁਰ ਪਏ ਸਨ। ਉਨ੍ਹਾਂ ਨੇ ਆਪਣਾ ਵਿਸ਼ਵਾਸ ਸ਼ਾਂਤੀ ਵਿੱਚ ਜਤਾਇਆ ਤੇ ਦੇਸ਼ ਦੇ ਵਿਕਾਸ ਵਿੱਚ ਹਿੱਸੇਦਾਰ ਬਣਨ ਦਾ ਫੈਸਲਾ ਲਿਆ ਹੈ। ਮੁੱਖ ਧਾਰਾ ਵਿੱਚ ਵਾਪਸ ਆਏ ਨੇ। ਪਿਛਲੇ ਵਰ੍ਹੇ ਤ੍ਰਿਪੁਰਾ ਵਿੱਚ ਵੀ 80 ਤੋਂ ਜ਼ਿਆਦਾ ਲੋਕ ਹਿੰਸਾ ਦਾ ਰਾਹ ਛੱਡ ਕੇ ਮੁੱਖ ਧਾਰਾ ਵਿੱਚ ਮੁੜ ਆਏ ਨੇ, ਜਿਨ੍ਹਾਂ ਨੇ ਇਹ ਸੋਚ ਕੇ ਹਥਿਆਰ ਚੁੱਕ ਲਏ ਸਨ ਕਿ ਹਿੰਸਾ ਨਾਲ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਉਨ੍ਹਾਂ ਦਾ ਇਹ ਵਿਸ਼ਵਾਸ ਦ੍ਰਿੜ ਹੋਇਆ ਹੈ ਕਿ ਸ਼ਾਂਤੀ ਤੇ ਏਕਾ ਹੀ ਕਿਸੇ ਵੀ ਵਿਵਾਦ ਨੂੰ ਸੁਲਝਾਉਣ ਦਾ ਇੱਕੋ ਇੱਕ ਰਾਹ ਹੈ। ਦੇਸ਼ਵਾਸੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ, ਨਾਰਥ ਈਸਟ ਵਿੱਚ ਇਨਸਰਜੈਂਸੀ ਕਾਫੀ ਮਾਤਰਾ ਵਿੱਚ ਘੱਟ ਹੋਈ ਹੈ ਤੇ ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਸ ਖੇਤਰ ਨਾਲ ਜੁੜੇ ਹਰ ਇੱਕ ਮੁੱਦੇ ਨੂੰ ਸ਼ਾਂਤੀ ਨਾਲ, ਇਮਾਨਦਾਰੀ ਨਾਲ ਚਰਚਾ ਕਰਕੇ ਸੁਲਝਾਇਆ ਜਾ ਸਕਦਾ ਹੈ। ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਹੁਣ ਵੀ ਹਿੰਸਾ ਤੇ ਹਥਿਆਰਾਂ ਦੇ ਦਮ ਉੱਪਰ ਸਮੱਸਿਆਵਾਂ ਦਾ ਹੱਲ ਖੋਜ ਰਹੇ ਲੋਕਾਂ ਨੂੰ ਅੱਜ ਇਸ ਗਣਤੰਤਰ ਦਿਵਸ ਦੇ ਪਵਿੱਤਰ ਮੌਕੇ ਤੇ ਅਪੀਲ ਕਰਦਾ ਕਿ ਉਹ ਵਾਪਸ ਪਰਤ ਆਉਣ, ਮੁੱਦਿਆਂ ਨੂੰ ਸ਼ਾਂਤਮਈ ਢੰਗ ਨਾਲ ਸੁਲਝਾਉਣ ਵਿੱਚ ਆਪਣੀਆਂ ਤੇ ਇਸ ਦੇਸ਼ ਦੀਆਂ ਸਮਰੱਥਾਵਾਂ ਵਿੱਚ ਭਰੋਸਾ ਰੱਖਣ। ਅਸੀਂ 21ਵੀਂ ਸਦੀ ਵਿੱਚ ਹਾਂ, ਜੋ ਗਿਆਨ ਵਿਗਿਆਨ ਤੇ ਲੋਕਤੰਤਰ ਦਾ ਯੁੱਗ ਹੈ। ਕੀ ਤੁਸੀਂ ਕਿਸੇ ਅਜਿਹੀ ਜਗ੍ਹਾ ਬਾਰੇ ਸੁਣਿਆ ਜਿੱਥੇ ਹਿੰਸਾ ਨਾਲ ਜੀਵਨ ਬਿਹਤਰ ਹੋਇਆ ਹੋਵੇ? ਕੀ ਤੁਸੀਂ ਕਿਸੇ ਅਜਿਹੀ ਜਗ੍ਹਾ ਬਾਰੇ ਸੁਣਿਆ ਜਿੱਥੇ ਸ਼ਾਂਤੀ ਤੇ ਸਦਭਾਵਨਾ ਜੀਵਨ ਲਈ ਮੁਸੀਬਤ ਬਣੇ ਹੋਣ? ਹਿੰਸਾ ਕਿਸੇ ਸਮੱਸਿਆ ਦਾ ਹੱਲ ਨਹੀਂ ਕਰਦੀ। ਦੁਨੀਆ ਦੀ ਕਿਸੇ ਵੀ ਸਮੱਸਿਆ ਦਾ ਹੱਲ ਕੋਈ ਹੋਰ ਦੂਜੀ ਸਮੱਸਿਆ ਪੈਦਾ ਕਰਨ ਨਾਲ ਨਹੀਂ, ਸਗੋਂ ਵੱਧ ਤੋਂ ਵੱਧ ਹੱਲ ਲੱਭ ਕੇ ਹੀ ਹੋ ਸਕਦਾ ਹੈ। ਆਓ ਅਸੀਂ ਸਾਰੇ ਮਿਲ ਕੇ ਇੱਕ ਅਜਿਹੇ ਨਵੇਂ ਭਾਰਤ ਦੇ ਨਿਰਮਾਣ ਵਿੱਚ ਜੁਟ ਜਾਈਏ ਜਿੱਥੇ ਸ਼ਾਂਤੀ ਹਰ ਸਵਾਲ ਦੇ ਜਵਾਬ ਦਾ ਆਧਾਰ ਹੋਵੇ, ਇਕਜੁੱਟਤਾ ਹਰ ਸਮੱਸਿਆ ਦੇ ਹੱਲ ਦੇ ਯਤਨ ਵਿੱਚ ਹੋਵੇ ਤੇ ਭਾਈਚਾਰਾ ਹਰ ਵੰਡ ਤੇ ਬਟਵਾਰੇ ਦੀ ਕੋਸ਼ਿਸ਼ ਨੂੰ ਨਾਕਾਮ ਕਰੇ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਗਣਤੰਤਰ ਦਿਵਸ ਦੇ ਪਵਿੱਤਰ ਦਿਹਾੜੇ ਉੱਪਰ ਮੈਨੂੰ ਗਗਨਯਾਨ ਬਾਰੇ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ। ਦੇਸ਼ ਉਸ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਵਧ ਗਿਆ ਹੈ। 2022 ਵਿੱਚ ਸਾਡੀ ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਵਾਲੇ ਨੇ ਤੇ ਉਸ ਮੌਕੇ ਉੱਪਰ ਸਾਨੂੰ ਗਗਨਯਾਨ ਮਿਸ਼ਨ ਦੇ ਨਾਲ ਇੱਕ ਭਾਰਤਵਾਸੀ ਨੂੰ ਪੁਲਾੜ ਵਿੱਚ ਲੈ ਕੇ ਜਾਣ ਦੇ ਆਪਣੇ ਸੰਕਲਪ ਨੂੰ ਸਿੱਧ ਕਰਨਾ ਹੈ। ਗਗਨਯਾਨ ਮਿਸ਼ਨ 21ਵੀਂ ਸਦੀ ਵਿੱਚ ਸਾਇੰਸ ਐਂਡ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀ ਇੱਕ ਇਤਿਹਾਸਿਕ ਉਪਲਬਧੀ ਹੋਏਗੀ। ਨਵੇਂ ਭਾਰਤ ਲਈ ਇਹ ਇੱਕ ਮੀਲ ਦਾ ਪੱਥਰ ਸਾਬਿਤ ਹੋਏਗਾ। ਸਾਥੀਓ, ਤੁਹਾਨੂੰ ਪਤਾ ਹੀ ਹੋਣਾ ਹੈ ਕਿ ਇਸ ਮਿਸ਼ਨ ਵਿੱਚ ਐਸਟਰੋਨੌਟ ਭਾਵ ਪੁਲਾੜ ਯਾਤਰੀ ਲਈ 4 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇਹ ਚਾਰੇ ਨੌਜਵਾਨ ਭਾਰਤੀ ਹਵਾਈ ਸੈਨਾ ਦੇ ਪਾਇਲਟ ਨੇ। ਇਹ ਹੋਣਹਾਰ ਨੌਜਵਾਨ ਭਾਰਤ ਦੀ ਕੁਸ਼ਲਤਾ, ਪ੍ਰਤਿਭਾ, ਸਮਰੱਥਾ, ਸਾਹਸ ਤੇ ਸੁਪਨਿਆਂ ਦਾ ਪ੍ਰਤੀਕ ਨੇ। ਸਾਡੇ ਚਾਰੇ ਮਿੱਤਰ ਅਗਲੇ ਕੁਝ ਹੀ ਦਿਨਾਂ ਵਿੱਚ ਟ੍ਰੇਨਿੰਗ ਵਾਸਤੇ ਰੂਸ ਜਾਣ ਵਾਲੇ ਨੇ। ਮੈਨੂੰ ਯਕੀਨ ਹੈ ਕਿ ਇਹ ਭਾਰਤ ਤੇ ਰੂਸ ਦੇ ਵਿਚਕਾਰ ਮਿੱਤਰਤਾ ਤੇ ਸਹਿਯੋਗ ਦਾ ਇੱਕ ਹੋਰ ਸੁਨਹਿਰਾ ਅਧਿਆਇ ਬਣੇਗਾ। ਇਹਨਾਂ ਨੂੰ 1 ਸਾਲ ਤੋਂ ਜ਼ਿਆਦਾ ਸਮੇਂ ਤੱਕ ਸਿਖਲਾਈ ਦਿੱਤੀ ਜਾਏਗੀ। ਇਸ ਤੋਂ ਬਾਅਦ ਹੀ ਦੇਸ਼ ਦੀਆਂ ਉਮੀਦਾਂ ਤੇ ਸਦਰਾਂ ਦੀ ਉਡਾਨ ਨੂੰ ਪੁਲਾੜ ਤੱਕ ਲੈ ਕੇ ਜਾਣ ਦਾ ਦਾਰੋਮਦਾਰ ਇਹਨਾਂ ਵਿੱਚੋਂ ਹੀ ਕਿਸੇ ਇੱਕ ਉੱਪਰ ਹੋਏਗਾ। ਅੱਜ ਗਣਤੰਤਰ ਦਿਵਸ ਦੇ ਸ਼ੁਭ ਮੌਕੇ ਇਹਨਾਂ ਚਾਰਾਂ ਨੌਜਵਾਨਾਂ ਤੇ ਇਸ ਮਿਸ਼ਨ ਨਾਲ ਜੁੜੇ ਭਾਰਤ ਤੇ ਰੂਸ ਦੇ ਵਿਗਿਆਨਕਾਂ ਤੇ ਇੰਜੀਨੀਅਰਾਂ ਨੂੰ ਮੈਂ ਵਧਾਈ ਦਿੰਦਾ। ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੀ ਮਾਰਚ ਵਿੱਚ ਇੱਕ ਵੀਡੀਓ ਮੀਡੀਆ ਤੇ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ। ਚਰਚਾ ਇਹ ਸੀ ਕਿ ਕਿਵੇਂ 107 ਸਾਲ ਦੀ ਇੱਕ ਬਜ਼ੁਰਗ ਮਾਂ ਰਾਸ਼ਟਰਪਤੀ ਭਵਨ ਸਮਾਰੋਹ 'ਚ ਪ੍ਰੋਟੋਕੋਲ ਤੋੜ ਕੇ ਰਾਸ਼ਟਰਪਤੀ ਜੀ ਨੂੰ ਆਸ਼ੀਰਵਾਦ ਦਿੰਦੀ ਹੈ। ਇਹ ਮਹਿਲਾ ਸੀ
ਸਾਲੂਮਰ ਦਾ ਥਿਮੱਕਾ, ਜੋ ਕਰਨਾਟਕ 'ਚ ਵ੍ਰਿਕਸ਼ ਮਾਤਾ ਦੇ ਨਾਮ ਨਾਲ ਮਸ਼ਹੂਰ ਨੇ, ਅਤੇ ਉਹ ਸਮਾਰੋਹ ਸੀ ਪਦਮ ਪੁਰਸਕਾਰ ਦਾ। ਬਹੁਤ ਹੀ ਸਾਧਾਰਣ ਬੈਕਗਰਾਊਂਡ ਤੋਂ ਆਉਣ ਵਾਲੀ ਥਿਮੱਕਾ ਦੇ ਅਸਾਧਾਰਣ ਯੋਗਦਾਨ ਨੂੰ ਦੇਸ਼ ਨੇ ਜਾਣਿਆ, ਸਮਝਿਆ ਅਤੇ ਸਨਮਾਨ ਦਿੱਤਾ ਸੀ। ਉਨ੍ਹਾਂ ਨੂੰ ਪਦਮ ਸ਼੍ਰੀ ਸਨਮਾਨ ਮਿਲ ਰਿਹਾ ਸੀ। ਸਾਥੀਓ, ਅੱਜ ਭਾਰਤ ਆਪਣੀਆਂ ਇਨ੍ਹਾਂ ਮਹਾਨ ਵਿਭੂਤੀਆਂ ਨੂੰ ਲੈ ਕੇ ਮਾਣ ਮਹਿਸੂਸ ਕਰਦਾ ਹੈ। ਜ਼ਮੀਨ ਨਾਲ ਜੁੜੇ ਲੋਕਾਂ ਨੂੰ ਸਨਮਾਨਿਤ ਕਰਕੇ ਮਾਣਮੱਤਾ ਮਹਿਸੂਸ ਕਰਦਾ ਹੈ। ਹਰ ਵਰ੍ਹੇ ਦੀ ਤਰ੍ਹਾਂ ਕੱਲ੍ਹ ਸ਼ਾਮ ਨੂੰ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਇਨ੍ਹਾਂ ਸਾਰੇ ਲੋਕਾਂ ਬਾਰੇ ਜ਼ਰੂਰ ਪੜ੍ਹੋ, ਇਨ੍ਹਾਂ ਦੇ ਯੋਗਦਾਨ ਬਾਰੇ, ਪਰਿਵਾਰ ਬਾਰੇ ਚਰਚਾ ਕਰੋ। 2020 ਦੇ ਪਦਮ ਪੁਰਸਕਾਰਾਂ ਲਈ ਇਸ ਸਾਲ 46,000 ਤੋਂ ਜ਼ਿਆਦਾ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਨੇ। ਇਹ ਗਿਣਤੀ 2014 ਦੇ ਮੁਕਾਬਲੇ 20 ਗੁਣਾ ਤੋਂ ਵੀ ਜ਼ਿਆਦਾ ਹੈ। ਇਹ ਅੰਕੜੇ ਜਨ-ਜਨ ਦੇ ਇਸ ਵਿਸ਼ਵਾਸ ਨੂੰ ਵੀ ਦਰਸਾਉਂਦੇ ਨੇ ਕਿ ਪਦਮ ਐਵਾਰਡ ਹੁਣ ਪੀਪਲਜ਼ ਐਵਾਰਡ ਬਣ ਚੁੱਕਾ ਹੈ। ਅੱਜ ਪਦਮ ਪੁਰਸਕਾਰਾਂ ਦੀ ਸਾਰੀ ਪ੍ਰਕਿਰਿਆ ਆਨਲਾਈਨ ਹੈ। ਪਹਿਲਾਂ ਜਿਹੜੇ ਫੈਸਲੇ ਸੀਮਿਤ ਲੋਕਾਂ ਵਿਚਕਾਰ ਹੁੰਦੇ ਸਨ, ਅੱਜ ਉਹ ਪੂਰੀ ਤਰ੍ਹਾਂ ਨਾਲ ਪੀਪਲ ਡਰਿਵਨ ਨੇ। ਇੱਕ ਤਰ੍ਹਾਂ ਨਾਲ ਕਹੀਏ ਤਾਂ ਪਦਮ ਪੁਰਸਕਾਰਾਂ ਨੂੰ ਲੈ ਕੇ ਦੇਸ਼ ਵਿੱਚ ਇੱਕ ਨਵਾਂ ਵਿਸ਼ਵਾਸ ਅਤੇ ਸਨਮਾਨ ਪੈਦਾ ਹੋਇਆ ਹੈ। ਹੁਣ ਸਨਮਾਨ ਲੈਣ ਵਾਲਿਆਂ ਵਿੱਚੋਂ ਕਈ ਲੋਕ ਅਜਿਹੇ ਹੁੰਦੇ ਨੇ ਜੋ ਮਿਹਨਤ ਦੀ ਸਿਖਰ ਨਾਲ ਜ਼ਮੀਨ ਤੋਂ ਉੱਠੇ ਨੇ, ਸੀਮਿਤ ਸਾਧਨਾਂ ਦੀਆਂ ਮੁਸ਼ਕਿਲਾਂ ਅਤੇ ਆਪਣੇ ਆਲੇ-ਦੁਆਲੇ ਦੀ ਘੋਰ ਨਿਰਾਸ਼ਾ ਨੂੰ ਤੋੜ ਕੇ ਅੱਗੇ ਵਧੇ ਨੇ। ਦਰਅਸਲ ਉਨ੍ਹਾਂ ਦੀ ਮਜ਼ਬੂਤ ਇੱਛਾ ਸ਼ਕਤੀ, ਸੇਵਾ ਦੀ ਭਾਵਨਾ, ਨਿਸਵਾਰਥ ਭਾਵ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਹੈ। ਮੈਂ ਇੱਕ ਵਾਰ ਫੇਰ ਸਾਰੇ ਪਦਮ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਾ ਅਤੇ ਤੁਹਾਨੂੰ ਸਾਰਿਆਂ ਨੂੰ ਉਨ੍ਹਾਂ ਬਾਰੇ ਪੜ੍ਹਨ ਲਈ, ਜ਼ਿਆਦਾ ਜਾਣਕਾਰੀ ਜੁਟਾਉਣ ਲਈ ਖਾਸ ਬੇਨਤੀ ਕਰਦਾ। ਉਨ੍ਹਾਂ ਦੇ ਜੀਵਨ ਦੀਆਂ ਅਸਾਧਾਰਣ ਕਹਾਣੀਆਂ ਸਮਾਜ ਨੂੰ ਸਹੀ ਅਰਥਾਂ ਵਿੱਚ ਪ੍ਰੇਰਿਤ ਕਰਨਗੀਆਂ। ਮੇਰੇ ਪਿਆਰੇ ਦੇਸ਼ਵਾਸੀਓ, ਇੱਕ ਵਾਰ ਫੇਰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਹ ਪੂਰਾ ਦਹਾਕਾ ਤੁਹਾਡੇ ਜੀਵਨ ਵਿੱਚ, ਭਾਰਤ ਦੇ ਜੀਵਨ ਵਿੱਚ ਨਵੇਂ ਸੰਕਲਪਾਂ ਵਾਲਾ ਬਣੇ, ਨਵੀਂ ਸਿੱਧੀ ਵਾਲਾ ਬਣੇ ਅਤੇ ਦੁਨੀਆ ਭਾਰਤ ਤੋਂ ਜੋ ਉਮੀਦਾਂ ਕਰਦੀ ਹੈ, ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਦੀ ਸਮਰੱਥਾ ਭਾਰਤ ਪ੍ਰਾਪਤ ਕਰਕੇ ਰਹੇ। ਇਸੇ ਇੱਕ ਨਵੇਂ ਵਿਸ਼ਵਾਸ ਦੇ ਨਾਲ ਆਓ ਨਵੇਂ ਦਹਾਕੇ ਦਾ ਆਰੰਭ ਕਰਦੇ ਹਾਂ। ਨਵੇਂ ਸੰਕਲਪਾਂ ਨਾਲ ਮਾਂ ਭਾਰਤੀ ਲਈ ਜੁਟ ਜਾਂਦੇ ਹਾਂ। ਬਹੁਤ-ਬਹੁਤ ਧੰਨਵਾਦ। ਨਮਸਕਾਰ।